ਮੇਰੇ ਪਾਗਲ ਦਿਓਰ ਦੀ ਪਿੰਡ ਵਾਲੇ ਬਹੁਤ ਇੱਜ਼ਤ ਕਰਦੇ ਸੀ ਅਤੇ ਹਰ ਕੋਈ ਉਸ ਨੂੰ ਆਪਣੇ ਘਰ ਦਾ ਮਹਿਮਾਨ ਬਣਾਉਣ ਦੇ ਲਈ ਤਰਸਦਾ ਸੀ, ਕਿਉਂਕਿ ਉਹ ਜਿਸ ਘਰ ਵਿੱਚ ਵੀ ਜਾਂਦਾ ਸੀ ਉੱਥੇ ਜੋ ਲੜਕੀ ਕੁਆਰੀ ਹੁੰਦੀ ਸੀ ਉਸ ਦਾ ਵਿਆਹ ਹੋ ਜਾਂਦਾ ਸੀ ਅਤੇ ਜੋ ਬਾਂਝ ਔਰਤ ਹੁੰਦੀ ਉਹ ਪ੍ਰੈਗਨੈਂਟ ਹੋ ਜਾਂਦੀ। ਮੇਰੇ ਵਾਸਤੇ ਅਜੀਬ ਗੱਲ ਸੀ, ਕਿਉਂਕਿ ਮੇਰੇ ਪਤੀ ਨੂੰ ਮੇਰੇ ਦਿਓਰ ਨਾਲੋਂ ਬਹੁਤ ਨਫ਼ਰਤ ਸੀ ਅਤੇ ਉਹ ਮੈਨੂੰ ਲੈ ਕੇ ਅਲੱਗ ਰਹਿੰਦੇ ਸੀ ਅਤੇ ਆਪਣੇ ਘਰ ਵਿੱਚ ਆਪਣੇ ਸਗੇ ਭਰਾ ਨੂੰ ਕਦਮ ਵੀ ਨਹੀਂ ਰੱਖਣ ਦਿੰਦਾ ਸੀ। ਹਾਲਾਂਕਿ ਮੈਂ ਵੀ ਤਾਂ 5 ਸਾਲਾਂ ਤੋਂ ਬਾਂਝ ਸੀ। ਇੱਕ ਵਾਰ ਮੇਰਾ ਪਤੀ ਕਾਰੋਬਾਰ ਦੇ ਸਿਲਸਿਲੇ ਵਿੱਚ ਮੁਲਕ ਤੋਂ ਬਾਹਰ ਗਿਆ ਹੋਇਆ ਸੀ ਤਾਂ ਮੈਂ ਉਸ ਨੂੰ ਆਪਣੇ ਘਰ ਵਿੱਚ ਦਾਵਤ ਦੇ ਦਿੱਤੀ। ਉਹ ਬਹੁਤ ਖੁਸ਼ ਹੋ ਕੇ ਘਰ ਆ ਗਿਆ, ਪਰ ਉਸ ਸਮੇਂ ਸਿਰ ਤੇ ਅਸਮਾਨ ਟੁੱਟ ਗਿਆ, ਕਿਉਂਕਿ ਜਦੋਂ ਮੇਰੀ ਨਜ਼ਰ, ਮੇਰਾ ਨਾਮ ਨੇਹਾ ਹੈ, ਮੈਂ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਸੀ। ਸਾਰਿਆਂ ਦੇ ਵਿਆਹ ਹੋ ਚੁੱਕੇ ਸੀ, ਘਰ ਵਿੱਚ ਭਾਬੀਆਂ ਵੀ ਆ ਚੁੱਕੀਆਂ ਸੀ। ਮਾਂ ਨੂੰ ਪਤਾ ਸੀ ਕਿ ਮੈਂ ਆਪਣੀਆਂ ਭਾਬੀਆਂ ਦੀਆਂ ਅੱਖਾਂ ਵਿੱਚ ਖੜਕਣ ਲੱਗ ਪਈ ਹਾਂ। ਮੇਰੇ ਆਪਣੇ ਸਗੇ ਭਰਾ ਮੇਰੇ ਕੋਲੋਂ ਦੂਰ ਹੋ ਗਏ ਸੀ। ਮੈਂ ਬਹੁਤ ਹੈਰਾਨ ਹੁੰਦੀ ਕਿ ਸਗੇ ਰਿਸ਼ਤੇ ਇੰਨੇ ਕਮਜ਼ੋਰ ਹੁੰਦੇ ਹਨ ਕਿ ਕੁਝ ਪਲਾਂ ਵਿੱਚ ਹੀ ਸਾਲਾਂ ਦਾ ਪਿਆਰ ਖਤਮ ਹੋ ਜਾਂਦਾ ਹੈ। ਮੈਂ ਘਰ ਵਿੱਚ ਸਾਰਾ ਕੰਮ ਕਰਦੀ ਸੀ, ਪਰ ਫਿਰ ਵੀ ਭਰਾ ਖੁਸ਼ ਨਹੀਂ ਹੁੰਦੇ ਸੀ। ਮਾਂ ਨੂੰ ਮੇਰੇ ਵਿਆਹ ਦੀ ਬਹੁਤ ਫਿਕਰ ਰਹਿੰਦੀ ਸੀ, ਕਿਉਂਕਿ ਮੇਰੇ ਸਿਰ ਤੇ ਬਾਪ ਦਾ ਸਾਇਆ ਮੌਜੂਦ ਨਹੀਂ ਸੀ। ਕੱਲ੍ਹ ਨੂੰ ਜੇਕਰ ਮੇਰੇ ਭਰਾ ਮੈਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੇ ਤਾਂ ਉਹਨਾਂ ਦੇ ਸਾਹਮਣੇ ਆਉਣ ਵਾਲਾ ਕੋਈ ਨਹੀਂ ਸੀ। ਇਸ ਕਰਕੇ ਮਾਂ ਚਾਹੁੰਦੀ ਸੀ ਕਿ ਦਿਨ ਤੋਂ ਰਾਤ ਨਾ ਚੜ੍ਹੇ ਅਤੇ ਮੇਰਾ ਵਿਆਹ ਹੋ ਜਾਵੇ। ਮਾਂ ਨੇ ਜਗ੍ਹਾ ਜਗ੍ਹਾ ਰਿਸ਼ਤੇ ਕਰਵਾਉਣ ਵਾਲੀਆਂ ਨੂੰ ਕਹਿ ਰੱਖਿਆ ਸੀ। ਇੱਕ ਸਵੇਰ ਮਾਂ ਨੇ ਮੈਨੂੰ ਆ ਕੇ ਦੱਸਿਆ ਕਿ ਕੁਝ ਲੋਕ ਤੈਨੂੰ ਦੇਖਣ ਆ ਰਹੇ ਹਨ, ਤਿਆਰ ਹੋ ਜਾਣਾ। ਮੈਂ ਆਪਣਾ ਸਭ ਤੋਂ ਖੂਬਸੂਰਤ ਸੂਟ ਕੱਢ ਕੇ ਪਾ ਲਿਆ ਸੀ। ਇੱਕ ਔਰਤ ਅਤੇ ਇੱਕ ਲੜਕੀ ਮੈਨੂੰ ਦੇਖਣ ਆਈ ਸੀ। ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਮਾਂ ਨੇ ਮੈਨੂੰ ਦੱਸਿਆ ਕਿ ਰਿਸ਼ਤਾ ਬਹੁਤ ਚੰਗੇ ਘਰਾਣੇ ਤੋਂ ਆਇਆ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਲੜਕਾ ਇਕੱਲਾ ਰਹਿੰਦਾ। ਮੈਨੂੰ ਵੀ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਸੀ, ਕਿਉਂਕਿ ਮੈਂ ਜਾਣਦੀ ਹਾਂ ਕਿ ਸਹੁਰਾ ਪਰਿਵਾਰ ਵਿੱਚ ਬਹੁਤ ਸਾਰੇ ਮਸਲੇ ਹੋ ਜਾਂਦੇ ਹਨ। ਮੈਂ ਤਾਂ ਪਹਿਲਾਂ ਹੀ ਆਪਣੀਆਂ ਭਾਬੀਆਂ ਦੇ ਹੱਥੋਂ ਛਲਣੀ ਸੀ। ਖੈਰ, ਮਾਂ ਨੇ ਮੇਰੇ ਰਿਸ਼ਤੇ ਦੇ ਬਾਰੇ ਮੇਰੇ ਭਰਾਵਾਂ ਨੂੰ ਦੱਸਿਆ ਤਾਂ ਉਹ ਵੀ ਖੁਸ਼ ਹੋ ਗਏ ਸੀ ਅਤੇ ਤੁਰੰਤ ਹਾਂ ਕਰ ਦਿੱਤੀ, ਕਿਉਂਕਿ ਉਹ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਕਿਸੇ ਤਰ੍ਹਾਂ ਮੇਰਾ ਵਿਆਹ ਹੋ ਜਾਵੇ ਅਤੇ ਮੈਂ ਇਸ ਘਰੋਂ ਚਲੀ ਜਾਵਾਂ। ਮੈਂ ਇੱਕ ਬਹੁਤ ਹੀ ਖੂਬਸੂਰਤ ਮਰਦ ਦੀ ਪਤਨੀ ਬਣ ਕੇ ਉਹਨਾਂ ਦੇ ਨਾਲ ਵਿਦਾ ਹੋ ਗਈ ਸੀ। ਉਹਨਾਂ ਨੇ ਵਿਆਹ ਦੀ ਰਾਤ ਮੇਰਾ ਘੁੰਡ ਚੁੱਕਿਆ, ਮੈਨੂੰ ਮੂੰਹ ਦਿਖਾਈ ਦਾ ਤੋਹਫਾ ਵੀ ਦਿੱਤਾ ਅਤੇ ਬੋਲੇ, ਨੇਹਾ, ਜੇ ਮੈਨੂੰ ਖੁਸ਼ ਰੱਖਣਾ ਚਾਹੁੰਦੀ ਹੋ ਤਾਂ ਮੇਰੇ ਘਰ ਵਾਲਿਆਂ ਤੋਂ ਦੂਰ ਰਹਿਣਾ। ਮੈਨੂੰ ਬਹੁਤ ਹੈਰਾਨੀ ਹੋਈ ਸੀ। ਮੈਂ ਬੋਲੀ, ਸਾਹਿਲ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿ ਮੈਂ ਇਸ ਦੀ ਵਜ੍ਹਾ ਜਾਣ ਸਕਦੀ ਹਾਂ? ਉਹਨਾਂ ਨੇ ਬੜੀ ਸਖਤਾਈ ਨਾਲ ਕਿਹਾ, ਨਹੀਂ, ਤੂੰ ਇਸ ਦੀ ਵਜ੍ਹਾ ਨਹੀਂ ਜਾਣ ਸਕਦੀ ਕਿ ਤੇਰੇ ਵਾਸਤੇ ਇਹ ਕਾਫੀ ਨਹੀਂ ਹੈ ਕਿ ਮੈਂ ਤੈਨੂੰ ਮਨਾ ਕੀਤਾ ਹੈ। ਮੈਂ ਜਲਦੀ ਨਾਲ ਬੋਲੀ, ਜੀ, ਜਿੱਦਾਂ ਤੁਸੀਂ ਕਹੋ। ਉਸ ਦਿਨ ਤੋਂ ਬਾਅਦ ਕਦੀ ਵੀ ਸਾਹਿਲ ਨੇ ਆਪਣੇ ਮਾਂ-ਬਾਪ ਦਾ ਜ਼ਿਕਰ ਮੇਰੇ ਨਾਲ ਨਹੀਂ ਕੀਤਾ ਸੀ ਅਤੇ ਨਾ ਹੀ ਮੈਂ ਉਹਨਾਂ ਕੋਲੋਂ ਇਸ ਬਾਰੇ ਕਦੀ ਸਵਾਲ ਕੀਤਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਇੱਕ ਪਿਆਰ ਕਰਨ ਵਾਲਾ ਪਤੀ ਸੀ, ਘਰ ਦੀ ਮੈਂ ਮਾਲਕਿਨ ਸੀ। ਆਪਣੇ ਪੇਕੇ ਘਰ ਤਾਂ ਮੈਂ ਆਪਣੀਆਂ ਭਾਬੀਆਂ ਕੋਲੋਂ ਦੱਬ ਕੇ ਰਹਿੰਦੀ ਸੀ। ਵਕਤ ਬਹੁਤ ਵਧੀਆ ਗੁਜ਼ਰ ਰਿਹਾ ਸੀ। ਇੱਕ ਦਿਨ ਸਾਡੇ ਘਰ ਸਾਡੀ ਇੱਕ ਗਵਾਂਢਣ ਆਈ ਅਤੇ ਕਹਿਣ ਲੱਗੀ, ਨੇਹਾ ਨਾਮ ਹੈ ਤੇਰਾ? ਮੈਂ ਕਿਹਾ, ਹਾਂਜੀ। ਅਤੇ ਉਹ ਬੋਲੀ, ਤੈਨੂੰ ਉਹ ਔਰਤ ਯਾਦ ਹੈ ਨਾ ਜੋ ਤੇਰਾ ਰਿਸ਼ਤਾ ਲੈਣ ਆਈ ਸੀ? ਉਸੇ ਦੀ ਬਦੌਲਤ ਤੂੰ ਅੱਜ ਇਸ ਘਰ ਵਿੱਚ ਹੋ। ਉਹ ਤੈਨੂੰ ਪਸੰਦ ਨਾ ਕਰਦੀ ਕਿ ਤੇਰਾ ਵਿਆਹ ਸਾਹਿਲ ਨਾਲ ਹੋ ਜਾਂਦਾ? ਨਹੀਂ ਨਾ, ਸਾਹਿਲ ਸਾਡੀਆਂ ਅੱਖਾਂ ਦੇ ਸਾਹਮਣੇ ਵੱਡਾ ਹੋਇਆ ਹੈ। ਉਹ ਬਹੁਤ ਹੀ ਚੰਗਾ ਲੜਕਾ ਹੈ। ਯਕੀਨਨ ਉਹ ਤੈਨੂੰ ਹਰ ਸੁੱਖ ਸੁਵਿਧਾ ਐਸ਼ੋ ਆਰਾਮ ਵੀ ਦਿੰਦਾ ਹੋਣਾ। ਪਰ ਤੂੰ ਕਿੱਦਾਂ ਦੀ ਲੜਕੀ ਹੋ ਜੋ ਉਸ ਔਰਤ ਦਾ ਅਹਿਸਾਨ ਭੁੱਲ ਗਈ ਹੋ ਜੋ ਤੈਨੂੰ ਇੱਥੋਂ ਤੱਕ ਲਿਆਈ ਹੈ। ਮੈਂ ਇੱਕਦਮ ਹੈਰਾਨ ਹੋ ਗਈ ਸੀ। ਮੈਂ ਪਹਿਲਾਂ ਕਦੀ ਵੀ ਆਪਣੀ ਇਹ ਗਵਾਂਢਣ ਨਹੀਂ ਦੇਖੀ ਸੀ,
ਨਾ ਜਾਣੇ ਹੁਣ ਇਹ ਮੇਰੇ ਕੋਲ ਆ ਕੇ ਅਜੀਬ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਮੈਂ ਬੋਲੀ, ਆਂਟੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਬੋਲੀ, ਤੂੰ ਆਪਣੇ ਸਹੁਰਾ ਪਰਿਵਾਰ ਨੂੰ ਕਿਉਂ ਛੱਡ ਦਿੱਤਾ? ਤੂੰ ਇੱਕ ਦਿਨ ਵੀ ਆਪਣੀ ਸੱਸ ਦਾ ਪਤਾ ਲੈਣ ਨਹੀਂ ਗਈ, ਜਦਕਿ ਸਾਡਾ ਪੂਰਾ ਮੁਹੱਲਾ ਤਕਰੀਬਨ ਉਸ ਦੇ ਘਰ ਦੇ ਚੱਕਰ ਲਗਾਉਂਦਾ ਹੈ। ਮੈਂ ਬੋਲੀ, ਕਿਉਂ, ਮੇਰੀ ਸੱਸ ਨੂੰ ਕੀ ਹੋਇਆ ਹੈ? ਤਾਂ ਉਹ ਔਰਤ ਬੋਲੀ, ਤੇਰੀ ਸੱਸ ਆਖਰੀ ਸਾਹ ਲੈ ਰਹੀ ਹੈ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੈਂ ਬੋਲੀ ਕਿ ਆਂਟੀ ਮੈਨੂੰ ਸਾਹਿਲ ਨੇ ਮਨਾ ਕਰ ਰੱਖਿਆ ਹੈ। ਉਹ ਬੋਲੀ, ਛੱਡੋ ਵੀ, ਜੇ ਔਰਤ ਖੁਦ ਘਰ ਬਣਾਉਣ ਵਾਲੀ ਹੋਵੇ ਤਾਂ ਕਦੀ ਵੀ ਆਪਣੇ ਸਹੁਰਾ ਪਰਿਵਾਰ ਨੂੰ ਛੱਡ ਕੇ ਨਹੀਂ ਰਹਿੰਦੀ। ਖੈਰ, ਸਾਡੇ ਵੱਲੋਂ ਜੋ ਮਰਜ਼ੀ ਕਰੋ, ਤੂੰ ਜਾਣੋ ਜਾਂ ਤੇਰਾ ਪਤੀ ਜਾਣੇ। ਮੈਂ ਇੱਕਦਮ ਨਾਲ ਉੱਠ ਕੇ ਖੜੀ ਹੋ ਗਈ ਅਤੇ ਬੋਲੀ, ਆਂਟੀ ਤੁਸੀਂ ਮੈਨੂੰ ਮੇਰੀ ਸੱਸ ਦੇ ਘਰ ਲੈ ਜਾਓ। ਉਹ ਔਰਤ ਖੁਸ਼ ਹੋ ਗਈ। ਮੈਂ ਸਿਰ ਤੇ ਦੁਪੱਟਾ ਲਿਆ ਅਤੇ ਆਂਟੀ ਦੇ ਨਾਲ ਚੱਲ ਪਈ। ਇਹ ਦੇਖ ਕੇ ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਕਿ ਮੇਰੀ ਸੱਸ ਦਾ ਘਰ ਸਿਰਫ 5 ਮਿੰਟ ਦੀ ਦੂਰੀ ਤੇ ਸੀ। ਮੈਂ ਉਸ ਘਰ ਵਿੱਚ ਦਾਖਲ ਹੋ ਚੁੱਕੀ ਸੀ। ਉਸ ਘਰ ਵਿੱਚ ਦਾਖਲ ਹੋ ਕੇ ਮੈਨੂੰ ਹੈਰਾਨੀ ਦਾ ਝਟਕਾ ਲੱਗਿਆ ਸੀ, ਕਿਉਂਕਿ ਉਹਨਾਂ ਦਾ ਘਰ ਬਹੁਤ ਮਾੜੀ ਹਾਲਤ ਵਿੱਚ ਸੀ। ਟੁੱਟੀਆਂ ਫੁੱਟੀਆਂ ਕੰਧਾਂ, ਫਰਸ਼ ਜਗ੍ਹਾ ਜਗ੍ਹਾ ਤੋਂ ਉਖੜਿਆ ਹੋਇਆ। ਮੈਂ ਬਹੁਤ ਜ਼ਿਆਦਾ ਹੈਰਾਨ ਸੀ। ਉਦੋਂ ਮੇਰੀ ਨਨਾਣ ਵੀ ਇੱਕ ਕਮਰੇ ਵਿੱਚੋਂ ਨਿਕਲ ਆਈ ਸੀ। ਉਸ ਦੀ ਹਾਲਤ ਵੀ ਬਹੁਤ ਅਜੀਬ ਸੀ। ਉਸ ਨੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸੀ। ਮੈਂ ਬੋਲੀ, ਮਾਂ ਜੀ ਕੀ ਹਾਲ ਹੈ ਤੁਹਾਡਾ? ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਉਹ ਰੋ ਕੇ ਬੋਲੀ, ਕੀ ਹਾਲ ਹੋਣਾ ਮੇਰਾ? ਇੱਕ ਬੇਟਾ ਨਾਰਾਜ਼ ਹੋ ਕੇ ਘਰ ਛੱਡ ਗਿਆ, ਜਦਕਿ ਦੂਸਰਾ ਬੇਟਾ ਪਾਗਲ ਹੈ। ਘਰ ਦੀ ਹਾਲਤ ਤਾਂ ਤੇਰੇ ਸਾਹਮਣੇ ਹੀ ਹੈ। ਮੈਨੂੰ ਉਹ ਸਭ ਸੁਣ ਕੇ ਬਹੁਤ ਦੁੱਖ ਹੋਇਆ ਸੀ। ਮੈਂ ਤਾਂ ਇਹ ਸੋਚ ਕੇ ਹੈਰਾਨ ਸੀ ਕਿ ਪਤਾ ਨਹੀਂ ਸਾਹਿਲ ਆਪਣੀ ਮਾਂ ਦੇ ਨਾਲ ਇਹ ਸਭ ਕਿਉਂ ਕਰ ਰਿਹਾ ਹੈ। ਸਾਹਿਲ ਚੰਗਾ ਭਲਾ ਕਮਾਉਂਦਾ ਹੈ। ਸਾਡੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਸਗੋਂ ਹਰ ਚੀਜ਼ ਲੋੜ ਤੋਂ ਜ਼ਿਆਦਾ ਹੀ ਮਿਲਦੀ ਹੈ। ਜਦਕਿ ਇੱਥੇ ਤਾਂ ਐਦਾਂ ਲੱਗਦਾ ਸੀ ਜਿੱਦਾਂ ਕਿ ਖਾਣੇ ਦੇ ਲਾਲੇ ਪਏ ਹੋਣ। ਮੈਂ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਸੀ। ਆਪਣੀ ਸੱਸ ਦੇ ਵੱਲ ਦੇਖ ਕੇ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ ਸੀ ਕਿ ਜੇਕਰ ਮੇਰੇ ਭਰਾ ਵੀ ਮੇਰੀ ਮਾਂ ਦੇ ਨਾਲ ਐਦਾਂ ਦਾ ਸਲੂਕ ਕਰਨ ਕਿ ਮੈਂ ਇਹ ਸਭ ਬਰਦਾਸ਼ਤ ਕਰ ਸਕਾਂਗੀ। ਮੈਂ ਭਰੇ ਦਿਲ ਦੇ ਨਾਲ ਉੱਥੋਂ ਉੱਠ ਆਈ ਸੀ। ਘਰ ਪਹੁੰਚੀ ਤਾਂ ਇਹ ਦੇਖ ਕੇ ਹੈਰਾਨ ਸੀ ਕਿ ਘਰ ਦਾ ਤਾਲਾ ਖੁੱਲਿਆ ਹੋਇਆ ਸੀ। ਯਕੀਨਨ ਇਹ ਸਾਹਿਲ ਹੀ ਹੋ ਸਕਦਾ ਸੀ, ਕਿਉਂਕਿ ਉਸ ਦੇ ਕੋਲ ਹੀ ਘਰ ਦੇ ਤਾਲੇ ਦੀ ਐਕਸਟਰਾ ਚਾਬੀ ਸੀ। ਮੈਂ ਬਹੁਤ ਪਰੇਸ਼ਾਨ ਸੀ ਕਿ ਨਾ ਜਾਣੇ ਹੁਣ ਕੀ ਹੋਵੇਗਾ। ਸਾਹਿਲ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਨਗੇ। ਘਰ ਵਿੱਚ ਦਾਖਲ ਹੋਈ ਤਾਂ ਉਹ ਖਾਣਾ ਖਾ ਰਹੇ ਸੀ। ਮੈਂ ਡਰਦੀ ਉਹਨਾਂ ਦੇ ਕੋਲ ਜਾ ਕੇ ਬੈਠ ਗਈ ਸੀ ਅਤੇ ਪਿਆਰ ਨਾਲ ਬੋਲੀ, ਸਾਹਿਲ ਮੈਂ ਹਰ ਰੋਜ਼ ਤੁਹਾਡਾ ਇੰਤਜ਼ਾਰ ਕਰਦੀ ਹਾਂ ਕਿ ਕਦੋਂ ਤੁਸੀਂ ਆਓਗੇ ਤੇ ਕਦੋਂ ਅਸੀਂ ਮਿਲ ਕੇ ਇਕੱਠੇ ਖਾਣਾ ਖਾਵਾਂਗੇ। ਮੈਂ ਘਰ ਵਿੱਚ ਨਹੀਂ ਸੀ ਤਾਂ ਤੁਸੀਂ ਮੇਰਾ ਇੰਤਜ਼ਾਰ ਹੀ ਨਹੀਂ ਕੀਤਾ। ਸਾਹਿਲ ਮੁਸਕਰਾ ਕੇ ਬੋਲੇ, ਨੇਹਾ ਬਹੁਤ ਭੁੱਖ ਲੱਗੀ ਸੀ, ਇਸ ਕਰਕੇ ਖਾਣ ਬੈਠ ਗਿਆ। ਫਿਰ ਉਹ ਬੋਲੇ, ਤੂੰ ਕਿੱਥੇ ਗਈ ਸੀ? ਮੈਂ ਡਰਦੀ ਨੇ ਕਿਹਾ, ਦਰਅਸਲ ਤੁਹਾਡੀ ਮਾਂ ਦੀ ਤਬੀਅਤ ਬਹੁਤ ਖਰਾਬ ਸੀ। ਮੈਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦੇ ਆਖਰੀ ਸਾਹ ਚੱਲ ਰਹੇ ਹਨ, ਇਸ ਕਰਕੇ ਮੈਂ ਉਹਨਾਂ ਦਾ ਪਤਾ ਲੈਣ ਚਲ ਗਈ ਸੀ। ਸਾਹਿਲ ਮੇਰੀ ਗੱਲ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਏ ਸੀ। ਉਹ ਬੋਲੇ, ਨੇਹਾ ਮੈਂ ਅੱਜ ਤੋਂ 5 ਸਾਲ ਪਹਿਲਾਂ ਇਸ ਘਰ ਵਿੱਚ ਆਇਆ ਸੀ। ਉਦੋਂ ਤੋਂ ਹੀ ਮੈਂ ਇਹ ਸਭ ਸੁਣ ਰਿਹਾ ਹਾਂ ਕਿ ਤੁਹਾਡੀ ਮਾਂ ਦੀ ਤਬੀਅਤ ਵਿਗੜ ਚੁੱਕੀ ਹੈ। ਉਹਨਾਂ ਦਾ ਆਖਰੀ ਵਕਤ ਆ ਗਿਆ ਹੈ। ਉਦੋਂ ਤੋਂ ਉਹਨਾਂ ਦਾ ਆਖਰੀ ਵਕਤ ਹੀ ਨਹੀਂ ਆਇਆ। ਇਹ ਸਭ ਉਹਨਾਂ ਦੇ ਬਹਾਨੇ ਹਨ। ਐਨੀ ਜਲਦੀ ਉਹਨਾਂ ਦਾ ਆਖਰੀ ਵਕਤ ਨਹੀਂ ਆਵੇਗਾ। ਮੈਂ ਸਾਹਿਲ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ। ਮੈਂ ਬੋਲੀ, ਸਾਹਿਲ ਕੋਈ ਬੇਟਾ ਐਦਾਂ ਦਾ ਕਿਵੇਂ ਹੋ ਸਕਦਾ ਹੈ? ਉਹ ਮੈਨੂੰ ਘੂਰ ਕੇ ਬੋਲੇ, ਬਸ ਅੱਜ ਤਾਂ ਤੂੰ ਚਲ ਗਈ ਹੋ। ਜੇ ਅੱਜ ਤੋਂ ਬਾਅਦ ਤੂੰ ਦੁਬਾਰਾ ਉਹਨਾਂ ਦੇ ਘਰ ਗਈ ਤਾਂ ਮੈਂ ਤੈਨੂੰ ਤੇਰੀ ਮਾਂ ਦੇ ਘਰ ਭੇਜ ਦੇਵਾਂਗਾ। ਮੈਂ ਸਾਹਿਲ ਦੀ ਗੱਲ ਸੁਣ ਕੇ ਘਬਰਾ ਗਈ ਸੀ। ਇਸ ਕਰਕੇ ਮੈਂ ਦੁਬਾਰਾ ਕਦੀ ਵੀ ਉਹਨਾਂ ਨਾਲ ਇਸ ਬਾਰੇ ਗੱਲ ਹੀ ਨਾ ਕੀਤੀ। ਐਦਾਂ ਹੀ ਸਮਾਂ ਬੀਤਦਾ ਗਿਆ। ਸਾਡੇ ਵਿਆਹ ਨੂੰ 2 ਸਾਲ ਬੀਤ ਗਏ। ਹਜੇ ਤੱਕ ਮੇਰੇ ਕੋਈ ਔਲਾਦ ਨਹੀਂ ਹੋਈ ਸੀ। ਹੁਣ ਮੈਨੂੰ ਉਦਾਸੀ ਮਹਿਸੂਸ ਹੁੰਦੀ ਸੀ। ਘਰ ਸੁੰਨਾ ਲੱਗਦਾ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਮੇਰੇ ਘਰ ਵਿੱਚ ਵੀ ਇੱਕ ਨੰਨੀ ਜਿਹੀ ਜਾਨ ਦੀਆਂ ਕਿਲਕਾਰੀਆਂ ਗੂੰਜਣ। ਮੈਂ ਸਾਹਿਲ ਨਾਲ ਵੀ ਗੱਲ ਕੀਤੀ ਕਿ ਅਸੀਂ ਡਾਕਟਰ ਦੇ ਕੋਲ ਚੱਲਦੇ ਹਾਂ।
ਉਹਨਾਂ ਨੇ ਮੇਰੀ ਗੱਲ ਮੰਨ ਲਈ। ਨਾ ਸਿਰਫ ਉਹਨਾਂ ਨੇ ਮੇਰੇ ਟੈਸਟ ਕਰਵਾਏ ਬਲਕਿ ਉਹਨਾਂ ਨੇ ਆਪਣੇ ਵੀ ਟੈਸਟ ਕਰਵਾ ਲਏ ਸੀ। ਅਸੀਂ ਦੋਨੋਂ ਬਿਲਕੁਲ ਠੀਕ ਸੀ। ਬਸ ਇਹ ਦੇਰ ਰੱਬ ਦੇ ਵੱਲੋਂ ਸੀ। ਮੇਰੇ ਦਿਲ ਵਿੱਚ ਕਿਤੇ ਇਹ ਗੱਲ ਅਟਕ ਗਈ ਸੀ ਕਿ ਇਹ ਸਭ ਇਸੇ ਕਰਕੇ ਹੋ ਰਿਹਾ ਹੈ ਕਿਉਂਕਿ ਸਾਹਿਲ ਨੇ ਆਪਣੀ ਮਾਂ ਨੂੰ ਨਾਰਾਜ਼ ਕੀਤਾ ਹੈ। ਸਾਹਿਲ ਦੀ ਭੈਣ ਦੀ ਉਦਾਸ ਜਿਹੀ ਸੂਰਤ ਮੇਰੀਆਂ ਅੱਖਾਂ ਦੇ ਸਾਹਮਣੇ ਫਿਰਦੀ ਰਹਿੰਦੀ ਸੀ। ਇੱਕ ਦਿਨ ਮੈਂ ਆਪਣੀ ਗੁਆਂਢਣ ਨਾਲ ਵੀ ਇਸ ਦਾ ਜ਼ਿਕਰ ਕੀਤਾ ਕਿ ਮੈਨੂੰ ਔਲਾਦ ਦੀ ਬਹੁਤ ਖਵਾਇਸ਼ ਹੈ। ਉਹ ਮੇਰੀ ਗੱਲ ਸੁਣ ਕੇ ਮੁਸਕਰਾ ਪਈ ਅਤੇ ਬੋਲੀ, ਤੇਰੀ ਹਾਲਤ ਵੀ ਬਹੁਤ ਅਜੀਬ ਹੈ। ਤੇਰੇ ਆਪਣੇ ਘਰ ਵਿੱਚ ਲੋਕਾਂ ਦੇ ਸ਼ਰਾਪ ਦੂਰ ਕਰਨ ਵਾਲਾ ਖੂਹ ਹੈ ਅਤੇ ਤੂੰ ਖੁਦ ਹੀ ਪਿਆਸੀ ਹੋ। ਮੈਂ ਉਸ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਈ ਅਤੇ ਬੋਲੀ, ਇਸ ਦਾ ਕੀ ਮਤਲਬ ਹੈ? ਉਹ ਗੁਆਂਢਣ ਬੋਲੀ, ਤੇਰਾ ਪਾਗਲ ਦਿਓਰ ਬਹੁਤ ਪਹੁੰਚਿਆ ਹੋਇਆ ਹੈ। ਪਿੰਡ ਵਾਲੇ ਬਹੁਤ ਇੱਜ਼ਤ ਕਰਦੇ ਹਨ ਉਸ ਦੀ। ਹਰ ਕੋਈ ਉਸ ਨੂੰ ਆਪਣੇ ਘਰ ਦਾ ਮਹਿਮਾਨ ਬਣਾਉਣ ਦੇ ਲਈ ਤਰਸਦਾ ਹੈ ਕਿਉਂਕਿ ਉਹ ਜਿਸ ਘਰ ਵਿੱਚ ਵੀ ਜਾਂਦਾ ਹੈ ਉੱਥੇ ਜੋ ਲੜਕੀ ਕੁਵਾਰੀ ਹੁੰਦੀ ਹੈ ਉਸ ਦਾ ਵਿਆਹ ਹੋ ਜਾਂਦਾ ਹੈ ਅਤੇ ਜੋ ਬਾਂਝ ਔਰਤ ਹੁੰਦੀ ਹੈ ਉਹ ਪ੍ਰੈਗਨੈਂਟ ਹੋ ਜਾਂਦੀ ਹੈ। ਮੇਰੇ ਵਾਸਤੇ ਇਹ ਗੱਲ ਅਜੀਬ ਸੀ ਕਿਉਂਕਿ ਮੇਰੇ ਪਤੀ ਨੂੰ ਆਪਣੇ ਹੀ ਭਰਾ ਤੋਂ ਨਫ਼ਰਤ ਸੀ। ਉਸ ਨੂੰ ਆਪਣੇ ਘਰ ਵਾਲੇ ਇੱਕ ਅੱਖ ਨਹੀਂ ਪਾਉਂਦੇ ਸੀ। ਮੈਂ ਬੋਲੀ, ਇਹ ਤੂੰ ਕੀ ਕਹਿ ਰਹੀ ਹੋ? ਮੈਨੂੰ ਇਸ ਮੁਹੱਲੇ ਵਿੱਚ ਆਏ ਹੋਏ 2 ਸਾਲ ਹੋ ਗਏ ਹਨ ਪਰ ਮੈਂ ਅੱਜ ਤੱਕ ਇਸ ਕਿਸਮ ਦੀ ਕੋਈ ਗੱਲ ਨਹੀਂ ਸੁਣੀ। ਮੇਰੀ ਗੁਆਂਢਣ ਬੋਲੀ, ਨੇਹਾ ਤੂੰ ਜਾਂਦੀ ਹੀ ਕਿੱਥੇ ਹੋ? ਤੈਨੂੰ ਤਾਂ ਪੂਰੀ ਦੁਨੀਆ ਵਿੱਚ ਆਪਣੇ ਪਤੀ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਤੂੰ ਇਹਨਾਂ 2 ਸਾਲਾਂ ਵਿੱਚ ਕਿਸੇ ਨਾਲ ਦੋਸਤੀ ਨਹੀਂ ਕੀਤੀ, ਨਾ ਹੀ ਕਿਤੇ ਆਉਂਦੀ ਹੋ ਅਤੇ ਨਾ ਹੀ ਜਾਂਦੀ ਹੋ। ਇਹ ਤਾਂ ਮੈਂ ਹਾਂ ਜੋ ਵਕਤ ਕੱਢ ਕੇ ਤੇਰੇ ਘਰ ਚੱਕਰ ਲਗਾ ਜਾਂਦੀ ਹਾਂ। ਨੇਹਾ, ਐਦਾਂ ਸਾਰਿਆਂ ਨਾਲੋਂ ਦੂਰ ਨਾ ਰਹੋ। ਸਾਰਿਆਂ ਦੇ ਘਰਾਂ ਵਿੱਚ ਆਇਆ ਜਾਇਆ ਕਰੋ। ਮੇਰੀ ਦੋਸਤ ਠੀਕ ਹੀ ਤਾਂ ਕਹਿ ਰਹੀ ਸੀ। ਮੈਂ ਹੁਣ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਸਾਰਿਆਂ ਨਾਲ ਦੋਸਤੀ ਕਰਕੇ ਰੱਖਾਂਗੀ। ਜਦੋਂ ਸਾਹਿਲ ਘਰ ਆਏ ਤਾਂ ਮੈਂ ਬੋਲੀ, ਸਾਹਿਲ, ਮੈਂ ਆਂਢ ਗੁਆਂਢ ਦੇ ਘਰਾਂ ਵਿੱਚ ਚਲ ਜਾਇਆ ਕਰਾਂ। ਸਾਰੇ ਮੇਰੇ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਹਨ ਕਿ ਤੂੰ ਘਰੋਂ ਨਿਕਲਦੀ ਹੀ ਨਹੀਂ ਹੋ। ਸਾਹਿਲ ਬੋਲੇ, ਨੇਹਾ, ਇਹ ਵੀ ਭਲਾ ਪੁੱਛਣ ਦੀ ਗੱਲ ਹੈ। ਤੂੰ ਜਿੱਥੇ ਚਾਹੋ ਜਾਇਆ ਆਇਆ ਕਰੋ ਪਰ ਮੇਰੀ ਇੱਕ ਗੱਲ ਯਾਦ ਰੱਖਣਾ ਕਿ ਤੈਨੂੰ ਮੇਰੀ ਮਾਂ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਹੈ। ਬਾਕੀ ਤੇਰੀ ਮਰਜ਼ੀ ਹੈ, ਜਿੱਥੇ ਜਾਣਾ ਜਾਓ। ਮੈਂ ਚਿੜ ਕੇ ਬੋਲੀ, ਆਖਿਰ ਤੁਸੀਂ ਮੈਨੂੰ ਆਪਣੇ ਘਰ ਵਾਲਿਆਂ ਤੋਂ ਦੂਰ ਕਿਉਂ ਰੱਖਣਾ ਚਾਹੁੰਦੇ ਹੋ? ਸਾਹਿਲ ਬੋਲੇ, ਮੇਰੀ ਮਰਜ਼ੀ। ਮੈਂ ਬੋਲੀ, ਸਾਹਿਲ, ਸਾਡੇ ਵਿਆਹ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਹੈ। ਤੁਸੀਂ ਮੇਰੇ ਕੋਲੋਂ ਗੱਲਾਂ ਨਹੀਂ ਲੁਕੋ ਸਕਦੇ। ਸਾਹਿਲ ਗੁੱਸੇ ਨਾਲ ਬੋਲੇ, ਨੇਹਾ, ਮੈਂ ਜਾਣਦਾ ਹਾਂ ਸਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹੈ। ਮੈਨੂੰ ਔਲਾਦ ਦੀ ਬਹੁਤ ਖਵਾਇਸ਼ ਹੈ। ਨਾ ਜਾਣੇ ਤੂੰ ਹੁਣ ਤੱਕ ਮੈਨੂੰ ਔਲਾਦ ਕਿਉਂ ਨਹੀਂ ਦੇ ਪਾਈ, ਪਰ ਜੇਕਰ ਤੂੰ ਮੇਰੇ ਹੁਕਮ ਦੇ ਖਿਲਾਫ ਗਈ ਤਾਂ ਮੈਂ ਤੈਨੂੰ ਛੱਡ ਕੇ ਕਿਸੇ ਐਦਾਂ ਦੀ ਔਰਤ ਨਾਲ ਵਿਆਹ ਕਰ ਲਵਾਂਗਾ ਜੋ ਘੱਟੋ ਘੱਟ ਮੈਨੂੰ ਔਲਾਦ ਤਾਂ ਦੇ ਸਕੇ ਨਾ। ਸਾਹਿਲ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ ਸੀ। ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਸੀ। ਹੇ ਮੇਰੇ ਰੱਬਾ, ਮੈਂ ਕਿਸ ਦੁਰਾਹੇ ਤੇ ਆ ਕੇ ਖੜੀ ਹੋ ਗਈ ਹਾਂ। ਮੈਂ ਖੁਦ ਤੇ ਬਹੁਤ ਲਾਹਨਤਾਂ ਪਾਈਆਂ ਕਿ ਵਿਆਹ ਨੂੰ ਇੰਨਾ ਸਮਾਂ ਹੋ ਗਿਆ। ਮੈਂ ਔਲਾਦ ਦੀ ਫਿਕਰ ਕਿਉਂ ਨਾ ਕੀਤੀ। ਹੁਣ ਮੈਂ ਘਰੋਂ ਨਿਕਲਣ ਲੱਗ ਪਈ ਸੀ ਅਤੇ ਜਿਸ ਦੇ ਵੀ ਘਰ ਜਾਂਦੀ ਉਸ ਨੂੰ ਔਲਾਦ ਦੇ ਬਾਰੇ ਪੁੱਛਦੀ ਰਹਿੰਦੀ। ਕੋਈ ਕਿਸੇ ਡਾਕਟਰ ਦਾ ਦੱਸਦਾ ਤਾਂ ਕੋਈ ਕਿਸੇ ਡਾਕਟਰ ਦਾ। ਮੈਂ ਕੋਈ ਜਗ੍ਹਾ ਨਹੀਂ ਛੱਡੀ ਸੀ ਜਿੱਥੇ ਔਲਾਦ ਦੀ ਖਾਤਰ ਨਹੀਂ ਗਈ ਹੋਵਾਂ। ਪਰ ਨਾ ਜਾਣੇ ਹਜੇ ਮੇਰੀ ਕਿਸਮਤ ਵਿੱਚ ਔਲਾਦ ਕਿਉਂ ਨਹੀਂ ਸੀ। ਹੁਣ ਤਾਂ ਹਰ ਦਿਨ ਉਦਾਸੀ ਵਿੱਚ ਗੁਜ਼ਰਦਾ ਸੀ। ਮੇਰੀ ਸਹੇਲੀ ਮੇਰੀ ਗੁਆਂਢਣ ਨੇ ਕਿਹਾ, ਤੂੰ ਫਿਕਰ ਨਾ ਕਰੋ, ਤੂੰ ਇਕੱਲੀ ਨਹੀਂ ਹੋ ਜਿਸ ਦੇ ਇੱਥੇ ਔਲਾਦ ਨਹੀਂ ਹੋਈ। ਪਰ ਤੇਰੇ ਪਾਗਲ ਦਿਓਰ ਦੇ ਕਰਕੇ ਕਈ ਸੁੰਨੀਆਂ ਕੁੱਖਾਂ ਭਰੀਆਂ ਹਨ। ਉਸ ਦੀ ਗੱਲ ਸੁਣ ਕੇ ਮੇਰੇ ਦਿਲ ਨੂੰ ਠੰਡਕ ਮਿਲੀ ਸੀ। ਐਦਾਂ ਹੀ ਦੇਖਦੇ ਦੇਖਦੇ 5 ਸਾਲ ਗੁਜ਼ਰ ਗਏ। ਇਸ ਦੌਰਾਨ ਸਾਹਿਲ ਨੇ ਇੱਕ ਵਾਰ ਵੀ ਮੈਨੂੰ ਔਲਾਦ ਦੇ ਬਾਰੇ ਨਾ ਪੁੱਛਿਆ। ਮੈਂ ਹੀ ਸੀ ਜੋ ਦਿਲ ਹੀ ਦਿਲ ਡਰਦੀ ਰਹਿੰਦੀ ਸੀ ਕਿ ਜੇ ਸਾਹਿਲ ਨੇ ਮੈਨੂੰ ਛੱਡ ਦਿੱਤਾ ਤਾਂ ਮੈਂ ਕੀ ਕਰਾਂਗੀ। ਮੈਂ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਦਿਓਰ ਵੀ ਮੇਰੇ ਘਰ ਆ ਜਾਵੇ, ਪਰ ਮੈਂ ਤਲਾਕ ਤੋਂ ਡਰਦੀ ਸੀ। ਮੈਂ 100 ਬਹਾਨੇ ਕੀਤੇ ਕਿ ਕਿਸੇ ਤਰ੍ਹਾਂ ਆਪਣੇ ਦਿਓਰ ਨੂੰ ਆਪਣੇ ਘਰ ਲੈ ਆਵਾਂ, ਪਰ ਮੈਂ ਸਾਹਿਲ ਦੇ ਗੁੱਸੇ ਤੋਂ ਡਰਦੀ ਸੀ। ਇੱਕ ਦਿਨ ਮੈਨੂੰ ਸਾਹਿਲ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ
3 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਜਾ ਰਹੇ ਹਨ। ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਕਿ ਮੈਂ ਆਪਣੇ ਘਰ ਆਪਣੀ ਸਹੇਲੀ ਸੋਨੀਆ ਨੂੰ ਬੁਲਾ ਲਵਾਂ। ਮੇਰੇ ਅੰਗ ਅੰਗ 'ਚੋਂ ਖੁਸ਼ੀ ਫੁੱਟ ਰਹੀ ਸੀ। ਮੇਰੇ ਕੋਲੋਂ ਸਬਰ ਹੀ ਨਹੀਂ ਹੋ ਰਿਹਾ ਸੀ। ਮੈਂ ਚਾਹੁੰਦੀ ਸੀ ਕਿ ਸਾਹਿਲ ਬਸ ਜਲਦੀ ਨਾਲ ਘਰੋਂ ਚੱਲ ਜਾਣ। ਅਗਲੇ ਹੀ ਦਿਨ ਉਹ ਸਵੇਰੇ ਹੀ ਘਰੋਂ ਚਲ ਗਏ। ਮੈਂ ਸੋਨੀਆ ਨੂੰ ਕਿਹਾ ਕਿ ਉਹ ਜਲਦੀ ਨਾਲ ਮੇਰੇ ਦਿਓਰ ਵਿੱਕੀ ਨੂੰ ਘਰ ਬੁਲਾ ਲਵੇ। ਮੈਂ ਉਸ ਦੇ ਵਾਸਤੇ ਰੰਗ ਬਿਰੰਗੀਆਂ ਚੀਜ਼ਾਂ ਬਣਾਈਆਂ ਸੀ। ਉਹ ਦੁਪਹਿਰ ਦੇ 2 ਵਜੇ ਸਾਡੇ ਘਰ ਆਇਆ ਸੀ। ਉਹ ਖਾਮੋਸ਼ ਸੁਭਾਅ ਦਾ ਮਾਲਿਕ ਸੀ। ਮੈਨੂੰ ਉਸਨੇ ਇੱਕ ਹੀ ਗੱਲ ਕਹੀ ਸੀ, ਕਹਿਣ ਲੱਗਾ ਰੱਬ ਤੇਰੀ ਮੁਰਾਦ ਜਲਦੀ ਹੀ ਪੂਰੀ ਕਰੇਗਾ। ਫਿਰ ਉਹ ਪੂਰੇ ਘਰ ਵਿੱਚ ਘੁੰਮ ਫਿਰ ਕੇ ਦੇਖਦਾ ਰਿਹਾ ਅਤੇ ਫਿਰ ਖਾਣਾ ਖਾ ਕੇ ਚਲ ਗਿਆ। ਮੈਂ ਸੋਨੀਆ ਨੂੰ ਕਿਹਾ, ਸੋਨੀਆ ਮੇਰੇ ਇੱਥੇ ਔਲਾਦ ਕਿੱਦਾਂ ਹੋਵੇਗੀ? ਮੇਰੇ ਦਿਓਰ ਨੇ ਤਾਂ ਮੈਨੂੰ ਕੋਈ ਦਵਾਈ ਹੀ ਨਹੀਂ ਦਿੱਤੀ। ਸੋਨੀਆ ਬੋਲੀ, ਤੂੰ ਫਿਕਰ ਨਾ ਕਰੋ, ਉਹ ਕਿਸੇ ਨੂੰ ਵੀ ਦਵਾਈ ਨਹੀਂ ਦਿੰਦਾ। ਇਸ ਦੇ ਇਲਾਜ ਦਾ ਤਰੀਕਾ ਹੀ ਇਹੀ ਹੈ। ਉਹ ਪੂਰੇ ਘਰ ਵਿੱਚ ਚੱਲ ਫਿਰ ਕੇ ਦੇਖਦਾ ਹੈ। ਮੈਂ ਚੁੱਪ ਕਰ ਗਈ ਸੀ। ਹੁਣ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਕਦੋਂ ਮੈਨੂੰ ਔਲਾਦ ਦੀ ਖੁਸ਼ਖਬਰੀ ਮਿਲੇਗੀ। ਐਦਾਂ ਹੀ 3 ਦਿਨ ਗੁਜ਼ਰ ਗਏ ਸੀ। ਸਾਹਿਲ ਘਰ ਵਾਪਸ ਆ ਗਏ ਸੀ। ਉਹ ਬੋਲੇ, ਅੱਜ ਮੈਂ ਸਾਰਾ ਦਿਨ ਆਰਾਮ ਕਰਨਾ ਚਾਹੁੰਦਾ ਹਾਂ। ਮੈਂ ਕਿਹਾ, ਤੁਸੀਂ ਆਰਾਮ ਨਾਲ ਸੋ ਜਾਓ। ਉਹ ਸੋ ਗਏ, ਪਰ ਮੇਰੀ ਤਬੀਅਤ ਬੈਠੇ ਬਿਠਾਏ ਖਰਾਬ ਹੋ ਚੁੱਕੀ ਸੀ। ਮੈਂ ਬਹੁਤ ਪਰੇਸ਼ਾਨ ਸੀ ਕਿ ਮੈਨੂੰ ਇਹ ਕੀ ਹੋ ਗਿਆ। ਸਾਹਿਲ ਜਦੋਂ ਸੋ ਕੇ ਉੱਠੇ ਤਾਂ ਉਦੋਂ ਵੀ ਮੇਰੀ ਤਬੀਅਤ ਖਰਾਬ ਹੀ ਸੀ। ਸਾਹਿਲ ਮੇਰੇ ਲਈ ਬਹੁਤ ਪਰੇਸ਼ਾਨ ਹੋਏ ਸੀ। ਐਦਾਂ ਹੀ 1 ਹਫ਼ਤਾ ਗੁਜ਼ਰ ਗਿਆ। ਐਦਾਂ ਹੀ ਇੱਕ ਸ਼ਾਮ ਜਦੋਂ ਸਾਹਿਲ ਕੰਮ ਤੋਂ ਘਰ ਆਏ ਤਾਂ ਮੈਂ ਉਹਨਾਂ ਦੇ ਕੋਲ ਆਉਣ ਲੱਗੀ, ਪਰ ਚੱਕਰ ਖਾ ਕੇ ਡਿੱਗ ਗਈ। ਮੇਰੀ ਅੱਖ ਹਸਪੀਟਲ ਦੇ ਬੈੱਡ ਤੇ ਖੁੱਲੀ ਸੀ। ਸਾਹਿਲ ਦਾ ਚਿਹਰਾ ਬਹੁਤ ਜ਼ਿਆਦਾ ਡਰਿਆ ਹੋਇਆ ਸੀ। ਮੈਂ ਬੋਲੀ, ਸਾਹਿਲ ਕੀ ਗੱਲ ਹੈ? ਉਹ ਬੋਲੇ, ਤੂੰ ਵਿਆਹ ਦੇ 5 ਸਾਲਾਂ ਬਾਅਦ ਵੀ ਪ੍ਰੈਗਨੈਂਟ ਨਹੀਂ ਹੋਈ ਸੀ, ਪਰ ਮੈਂ ਜਿੱਦਾਂ ਹੀ 3 ਦਿਨਾਂ ਦੇ ਲਈ ਘਰੋਂ ਨਿਕਲਿਆ ਤਾਂ ਤੂੰ ਪ੍ਰੈਗਨੈਂਟ ਹੋ ਗਈ। ਸੱਚ ਦੱਸੋ, ਮਾਜਰਾ ਕੀ ਹੈ? ਮੈਂ ਰੋਣ ਲੱਗ ਪਈ ਸੀ ਕਿ ਤੂੰ ਮੇਰੇ ਭਰਾ ਨੂੰ ਘਰ ਬੁਲਾਇਆ ਸੀ। ਮੈਂ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ। ਉਹ ਬੋਲੇ, ਇਹ ਬੱਚਾ ਮੇਰਾ ਨਹੀਂ ਹੈ। ਤੂੰ ਇਸ ਬੱਚੇ ਨੂੰ ਖਤਮ ਕਰਵਾ ਦੋ, ਫਿਰ ਹੀ ਮੈਂ ਤੈਨੂੰ ਆਪਣੇ ਘਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਵਾਂਗਾ। ਉਹ ਇੰਨਾ ਕਹਿ ਕੇ ਹਸਪੀਟਲ ਵਿੱਚ ਹੀ ਮੈਨੂੰ ਛੱਡ ਕੇ ਚਲ ਗਏ ਸੀ। ਮੇਰੀਆਂ ਅੱਖਾਂ ਵਿੱਚੋਂ ਅਥਰੂ ਨਿਕਲੀ ਜਾ ਰਹੇ ਸੀ। ਮੈਂ ਜਲਦੀ ਨਾਲ ਸੋਨੀਆ ਨੂੰ ਫੋਨ ਕਰਕੇ ਹਸਪੀਟਲ ਬੁਲਾ ਲਿਆ। ਮੈਂ ਉਸ ਨੂੰ ਸਾਰਾ ਮਾਜਰਾ ਸੁਣਾ ਦਿੱਤਾ ਤਾਂ ਉਹ ਵੀ ਬਹੁਤ ਪਰੇਸ਼ਾਨ ਹੋ ਗਈ ਸੀ। ਫਿਰ ਉਹ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਈ ਸੀ। ਮੇਰੀ ਤਬੀਅਤ ਕਾਫੀ ਹੱਦ ਤੱਕ ਠੀਕ ਹੋ ਗਈ ਸੀ। ਉਹ ਬੋਲੀ, ਆਓ ਅਸੀਂ ਤੇਰੀ ਸੱਸ ਦੇ ਘਰ ਚਲਦੇ ਹਾਂ। ਉਸ ਨੂੰ ਹੀ ਸਾਰਾ ਮਾਜਰਾ ਪੁੱਛਦੇ ਹਾਂ, ਕੀ ਪਤਾ ਕੋਈ ਰਾਹ ਨਿਕਲ ਜਾਵੇ। ਅਸੀਂ ਦੋਨੋਂ ਮੇਰੀ ਸੱਸ ਦੇ ਘਰ ਆ ਗਏ ਸੀ। ਮੇਰੀ ਸੱਸ ਦਾ ਘਰ ਹੁਣ ਪਹਿਲਾਂ ਨਾਲੋਂ ਕਾਫੀ ਬਿਹਤਰ ਸੀ। ਉਹਨਾਂ ਦੇ ਹਾਲਾਤ ਬਦਲ ਚੁੱਕੇ ਸੀ। ਮੈਂ ਜਿੱਦਾਂ ਹੀ ਉਹਨਾਂ ਦੇ ਘਰ ਵਿੱਚ ਕਦਮ ਰੱਖਿਆ, ਮੇਰੀ ਸੱਸ ਖੁਸ਼ੀ ਨਾਲ ਝੂਮਣ ਲੱਗ ਪਈ ਸੀ। ਉਸਨੇ ਮੈਨੂੰ ਗਲੇ ਲਗਾ ਕੇ ਖੂਬ ਪਿਆਰ ਕੀਤਾ ਅਤੇ ਬੋਲੀ, ਲੱਗਦਾ ਹੈ ਸਾਹਿਲ ਨੇ ਤੈਨੂੰ ਸ਼ੁਕਰੀਆ ਕਹਿਣ ਨੂੰ ਭੇਜਿਆ ਹੈ। ਮੈਨੂੰ ਪਤਾ ਹੈ ਕਿ ਤੂੰ ਮਾਂ ਬਣਨ ਵਾਲੀ ਹੋ। ਮੈਂ ਉਹਨਾਂ ਦੀ ਗੱਲ ਸੁਣ ਕੇ ਫੁੱਟ ਕੇ ਰੋਣ ਲੱਗ ਪਈ ਅਤੇ ਬੋਲੀ, ਸਾਹਿਲ ਨੇ ਮੈਨੂੰ ਘਰੋਂ ਕੱਢ ਦਿੱਤਾ। ਕਹਿੰਦਾ ਹੈ ਕਿ ਇਹ ਬੱਚਾ ਮੇਰਾ ਨਹੀਂ ਹੈ। ਇਸ ਨੂੰ ਜਾਇਆ ਕਰੋਗੀ ਤਾਂ ਹੀ ਮੇਰੇ ਘਰ ਵਿੱਚ ਆ ਸਕੋਗੀ। ਮੇਰੀ ਸੱਸ ਦਾ ਚਿਹਰਾ ਉਤਰ ਗਿਆ ਸੀ। ਉਹ ਬੋਲੀ, ਹੱਦ ਹੈ ਇਸ ਲੜਕੇ ਦੀ, ਜਿੱਦ ਦਾ ਕਿੰਨਾ ਪੱਕਾ ਹੈ, ਬਿਲਕੁਲ ਆਪਣੇ ਬਾਪ ਤੇ ਗਿਆ ਹੈ। ਮੈਂ ਕਿਹਾ, ਮਾਂ ਜੀ, ਸਾਹਿਲ ਤੁਹਾਡੇ ਨਾਲ ਕਿਉਂ ਨਾਰਾਜ਼ ਹੈ? ਮੇਰੀ ਸੱਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸੀ। ਉਹ ਬੋਲੀ, ਸਾਹਿਲ ਜਦੋਂ 7 ਸਾਲ ਦਾ ਸੀ, ਜਦੋਂ ਸਾਹਿਲ ਦੇ ਪਿਤਾ ਜੀ ਨੇ ਸਾਡੇ ਤੋਂ ਚੋਰੀ ਵਿਆਹ ਕਰਵਾ ਲਿਆ ਸੀ ਅਤੇ ਜਦੋਂ ਉਹਨਾਂ ਦੀ ਪਤਨੀ ਮਾਂ ਬਣਨ ਵਾਲੀ ਹੋ ਗਈ ਤਾਂ ਉਹ ਉਸ ਨੂੰ ਘਰ ਲੈ ਆਏ। ਬਹੁਤ ਹੰਗਾਮਾ ਹੋਇਆ ਅਤੇ ਉਹਨਾਂ ਦੀ ਦੂਸਰੀ ਪਤਨੀ ਨੇ ਕਿਹਾ ਕਿ ਆਪਣੀ ਪਹਿਲੀ ਪਤਨੀ ਨੂੰ ਘਰੋਂ ਕੱਢ ਦਿਓ, ਨਹੀਂ ਤਾਂ ਮੈਂ ਚਲ ਜਾਵਾਂਗੀ। ਮੇਰੇ ਪਤੀ ਨੇ ਆਪਣੀ ਲਾਡਲੀ ਪਤਨੀ ਦੀ ਗੱਲ ਮੰਨ ਲਈ ਅਤੇ ਮੇਰੇ ਕੋਲੋਂ ਮੇਰਾ ਸਾਹਿਲ ਖੋ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਸਾਹਿਲ ਦੀ ਜੁਦਾਈ ਵਿੱਚ ਦਿਨ ਰਾਤ ਤੜਪਦੀ ਰਹਿੰਦੀ ਸੀ, ਪਰ ਉਹਨਾਂ ਨੂੰ ਮੇਰੇ ਉੱਪਰ ਤਰਸ ਨਹੀਂ ਆਉਂਦਾ ਸੀ। 4 ਸਾਲ ਉਹਨਾਂ ਨੇ ਮੈਨੂੰ ਮੇਰੇ ਬੱਚੇ ਦੇ ਕੋਲੋਂ ਦੂਰ ਰੱਖਿਆ ਸੀ। 4 ਸਾਲ ਬਾਅਦ ਉਹਨਾਂ ਦੀ ਪਤਨੀ ਬੇਟੀ ਨੂੰ ਜਨਮ ਦਿੰਦੇ ਸਮੇਂ ਇਸ ਦੁਨੀਆ ਤੋਂ ਚੱਲ ਬਸੀ ਸੀ।
ਫਿਰ ਲੋਕਾਂ ਨੇ ਮੇਰੇ ਪਤੀ ਨੂੰ ਸਲਾਹ ਦਿੱਤੀ ਕਿ ਆਪਣੀ ਪਹਿਲੀ ਪਤਨੀ ਨੂੰ ਲੈ ਆਓ, ਉਹ ਤੇਰੇ ਬੱਚਿਆਂ ਨੂੰ ਸੰਭਾਲ ਲਵੇਗੀ। ਮੇਰਾ ਪਤੀ ਮੈਨੂੰ ਲੈਣ ਆਇਆ ਤਾਂ ਮੈਂ ਸਿਰ ਦੇ ਬਲ ਉਹਨਾਂ ਦੇ ਨਾਲ ਚੱਲ ਕੇ ਆਪਣੇ ਘਰ ਆ ਗਈ ਸੀ, ਕਿਉਂਕਿ ਇਸ ਘਰ ਵਿੱਚ ਮੇਰਾ ਸਾਹਿਲ ਰਹਿੰਦਾ ਸੀ। ਪਰ ਇਹਨਾਂ 4 ਸਾਲਾਂ ਵਿੱਚ ਮੇਰਾ ਸਾਹਿਲ ਮੇਰੇ ਕੋਲੋਂ ਬਹੁਤ ਦੂਰ ਹੋ ਗਿਆ ਸੀ। ਉਸਨੇ ਮੈਨੂੰ ਦੱਸ ਦਿੱਤਾ ਸੀ ਕਿ ਉਸਦੀ ਸੌਤੇਲੀ ਮਾਂ ਕਿਸ ਤਰ੍ਹਾਂ ਉਸਦੇ ਉੱਪਰ ਜ਼ੁਲਮ ਕਰਦੀ ਸੀ। ਉਸਨੇ ਕਿਹਾ ਕਿ ਮੈਂ ਵੀ ਉਸਦੇ ਬੱਚਿਆਂ ਤੇ ਜ਼ੁਲਮ ਕਰਾਂ। ਮੈਂ ਕੀ ਜ਼ੁਲਮ ਕਰਦੀ? ਇੱਕ ਬੱਚਾ ਉਸਦਾ ਪਾਗਲ ਸੀ ਅਤੇ ਦੂਸਰੀ ਬੱਚੀ ਕੁਝ ਦਿਨਾਂ ਦੀ। ਐਦਾਂ ਹੀ ਵਕਤ ਬੀਤਦਾ ਗਿਆ। ਵਿੱਕੀ ਵੀ ਵੱਡਾ ਹੁੰਦਾ ਗਿਆ। ਲੋਕ ਉਸ ਨੂੰ ਤਾਨੇ ਦੇਣ ਲੱਗ ਪਏ ਸੀ। ਸਾਹਿਲ ਦਾ ਬਾਪ ਤਾਂ ਮਰ ਚੁੱਕਿਆ ਸੀ। ਮੇਰੀ ਜ਼ਿੰਦਗੀ ਦਾ ਕੀ ਭਰੋਸਾ ਸੀ? ਇਸ ਕਰਕੇ ਮੈਂ ਸੋਚਿਆ ਮੈਂ ਵਿੱਕੀ ਦੇ ਨਾਲ ਨੇਕੀ ਕਰ ਜਾਵਾਂ। ਮੇਰੇ ਪਿਤਾ ਜੀ ਬਹੁਤ ਵੱਡੇ ਹਕੀਮ ਸੀ। ਮੈਂ ਉਹਨਾਂ ਕੋਲੋਂ ਕੰਮ ਸਿੱਖਿਆ ਹੋਇਆ ਸੀ। ਮੈਂ ਬਾਂਝ ਔਰਤਾਂ ਦੇ ਲਈ ਦਵਾਈ ਬਣਾਉਣਾ ਜਾਣਦੀ ਸੀ। ਮੈਂ ਐਦਾਂ ਕੀਤਾ ਕਿ ਵਿੱਕੀ ਨੂੰ ਸਮਝਾ ਦਿੱਤਾ ਸੀ ਕਿ ਤੂੰ ਫਲਾਣੇ ਘਰ ਵਿੱਚ ਜਾ ਕੇ ਇਹ ਦਵਾਈ ਉਹਨਾਂ ਦੇ ਪੀਣ ਵਾਲੇ ਪਾਣੀ ਜਾਂ ਕਿਸੇ ਖਾਣ ਵਾਲੀ ਚੀਜ਼ ਵਿੱਚ ਮਿਲਾ ਦੇਣੀ ਹੈ। ਉਹ ਪਾਣੀ ਇਸਤੇਮਾਲ ਕਰਕੇ ਬਾਂਝ ਔਰਤਾਂ ਮਾਂ ਬਣਨ ਵਾਲੀ ਹੋ ਜਾਂਦੀ ਸੀ। ਐਦਾਂ ਹਰ ਪਾਸੇ ਵਿੱਕੀ ਦੀਆਂ ਤਾਰੀਫਾਂ ਹੋਣ ਲੱਗ ਪਈਆਂ ਸੀ ਅਤੇ ਨਾਲ ਹੀ ਮੈਂ ਇਹ ਕੀਤਾ ਕਿ ਕੁਵਾਰੀ ਲੜਕੀਆਂ ਦੇ ਰਿਸ਼ਤੇ ਵੀ ਕਰਵਾਉਣ ਲੱਗ ਪਈ ਸੀ। ਵਿੱਕੀ ਦੇ ਵਿੱਚ ਇੰਨੀ ਸਮਝ ਬੁੱਝ ਸੀ ਕਿ ਉਹ ਕਿਸੇ ਦੇ ਘਰੋਂ ਆਉਣ ਤੋਂ ਬਾਅਦ ਮੈਨੂੰ ਇਹ ਦੱਸ ਦਿੰਦਾ ਸੀ ਕਿ ਉਸਦੇ ਘਰ ਵਿੱਚ ਕਿੰਨੀਆਂ ਲੜਕੀਆਂ ਸੀ ਅਤੇ ਉਹਨਾਂ ਦੀ ਉਮਰ ਕਿੰਨੀ ਸੀ। ਮੈਂ ਉਹਨਾਂ ਦੇ ਲਈ ਰਿਸ਼ਤਾ ਲੱਭ ਕੇ ਭੇਜ ਦਿੰਦੀ ਸੀ। ਪਰ ਸਾਹਿਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਸੋਚਿਆ ਮੈਂ ਕਾਲਾ ਜਾਦੂ ਕਰਨ ਲੱਗ ਪਈ ਹਾਂ। ਮੈਂ ਉਸ ਨੂੰ 1000 ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਉਹ ਕਹਿੰਦਾ ਰਿਹਾ ਮੈਂ ਉਸਦੇ ਸੌਤੇਲੇ ਭੈਣ ਭਰਾ ਨੂੰ ਘਰੋਂ ਕੱਢ ਦੇਵਾਂ। ਨੇਹਾ ਹੁਣ ਤੂੰ ਹੀ ਦੱਸ, ਜੇ ਮੇਰੀ ਸੁਣਤਨ ਨੇ ਮੇਰੇ ਬੱਚੇ ਦੇ ਨਾਲ ਇਹ ਸਭ ਕੀਤਾ ਕਿ ਮੇਰਾ ਵੀ ਇਹੀ ਫਰਜ਼ ਸੀ ਕਿ ਮੈਂ ਵੀ ਉਸਦੇ ਬੱਚਿਆਂ ਦੇ ਨਾਲ ਬੁਰਾ ਸਲੂਕ ਕਰਦੀ। ਨੇਹਾ ਮੈਨੂੰ ਰੱਬ ਦਾ ਬਹੁਤ ਡਰ ਹੈ, ਇਸ ਕਰਕੇ ਮੈਂ ਇਹਨਾਂ ਬੱਚਿਆਂ ਨੂੰ ਵੀ ਪਲਕਾਂ ਤੇ ਬਿਠਾ ਰੱਖਿਆ ਹੈ। ਇੱਕ ਨਾ ਇੱਕ ਦਿਨ ਰੱਬ ਮੇਰੇ ਸਾਹਿਲ ਨੂੰ ਮੇਰੇ ਨਾਲ ਮਿਲਾ ਦੇਵੇਗਾ। ਮਾਂ, ਰੱਬ ਨੇ ਤੁਹਾਡੀ ਸੁਣ ਲਈ ਹੈ ਅਤੇ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਸਾਹਿਲ ਦੀ ਆਵਾਜ਼ ਸੁਣ ਕੇ ਅਸੀਂ ਸਾਰਿਆਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਸਾਹਿਲ ਖੜਾ ਸੀ। ਉਹ ਬੋਲਿਆ, ਮਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ, ਤੁਸੀਂ ਮੈਨੂੰ ਮਾਫ ਕਰ ਦਿਓ। ਮੈਂ ਅੱਜ ਤੱਕ ਤੁਹਾਨੂੰ ਗਲਤ ਹੀ ਸਮਝਦਾ ਰਿਹਾ। ਮੇਰੀ ਸੱਸ ਨੇ ਜਲਦੀ ਨਾਲ ਉੱਠ ਕੇ ਸਾਹਿਲ ਨੂੰ ਗਲੇ ਲਗਾ ਲਿਆ ਸੀ ਅਤੇ ਐਦਾਂ ਵਿਆਹ ਦੇ 5 ਸਾਲ ਬਾਅਦ ਸਭ ਕੁਝ ਠੀਕ ਹੋ ਗਿਆ ਸੀ। ਰੱਬ ਨੇ ਮੇਰੀ ਸੱਸ ਨੂੰ ਉਹਨਾਂ ਦੀ ਔਲਾਦ ਨਾਲ ਮਿਲਾ ਦਿੱਤਾ ਅਤੇ ਮੈਨੂੰ ਮੇਰੀ ਖੁਦ ਦੀ ਔਲਾਦ ਦੇ ਦਿੱਤੀ। ਮੈਂ ਆਪਣੀ ਜ਼ਿੰਦਗੀ ਦੇ ਇਸ ਵਾਕਿਆ ਤੋਂ ਇਹ ਸਿੱਖਿਆ ਕਿ ਬਹੁਤ ਜ਼ਿਆਦਾ ਹੰਕਾਰ ਕਰਨ ਤੋਂ ਬਚਣਾ ਚਾਹੀਦਾ, ਕਿਉਂਕਿ ਹੰਕਾਰ ਇੱਕ ਗੁਨਾਹ ਹੈ। ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਅਸੀਂ ਜਿਸ ਦੇ ਬਾਰੇ ਗਲਤ ਸੋਚ ਰਹੇ ਹੁੰਦੇ ਹਾਂ ਉਹੀ ਰੱਬ ਦਾ ਵਲੀ ਨਿਕਲੇ। ਇਹ ਸੀ ਜੀ ਅੱਜ ਦੀ ਕਹਾਣੀ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਧੰਨਵਾਦ ਜੀ।